ਵਾਹਿਗੁਰੂ ਸਾਹਿਬ ਜੀ। ਤੂੰ ਸੁਲਤਾਨ ਕਹਾ ਹੂੰ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਜਾਗਦੀ ਜੋਤ ਸ਼ਬਦ ਗੁਰੂ ਬਾਣੀ ਕੇ ਬੋਹਿਤ ਪਰਥਕ ਹਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਦੇ ਵਿੱਚ ਸੁਭਾਏਮਾਨ ਹੋਏ ਬੈਠੇ ਸਤਸੰਗੀ ਜਨੋਂ, ਆਓ ਸਾਹਿਬਾਂ ਦੇ ਅੰਮ੍ਰਿਤ ਬੋਲ ਜੋ ਸੋਹੀ ਰਾਗ ਦੇ ਅੰਦਰ ਚਾਰ ਪਦੇ ਸਤਿਗੁਰਾਂ ਨੇ ਉਚਾਰਨ ਕੀਤੇ ਹਨ, ਜਿਨ੍ਹਾਂ ਨੂੰ ਅਸੀਂ ਲਾਵਾਂ ਆਖਦੇ ਹਾਂ ਜਾਂ ਲਾਮ ਆਖਦੇ ਹਾਂ। ਸੋ ਆਪਾਂ ਇਸ ਅੰਮ੍ਰਿਤ ਵਿਚਾਰ ਦੇ ਨਾਲ ਜੁੜਾਂਗੇ। ਚਾਰ ਪਦੇ ਨੇ, ਆਓ ਅੱਜ ਪਹਿਲੇ ਪਦੇ ਨੂੰ ਪਹਿਲਾਂ ਪੜ੍ਹਦੇ ਹਾਂ ਸੰਗਤੀ ਰੂਪ ਦੇ ਵਿੱਚ। ਉਸ ਤੋਂ ਬਾਅਦ ਇਸ ਦੀ ਜਿਹੜੀ ਵਿਚਾਰ ਹੈ ਉਸ ਨਾਲ ਜੁੜਾਂਗੇ। ਸੋ ਜਿਤਨੀਆਂ ਵੀ ਸੰਗਤਾਂ ਸਾਹਿਬਾਂ ਦੀ ਇਸ ਵਿਚਾਰ ਨਾਲ ਜੁੜ ਰਹੀਆਂ ਹਨ, ਮਨੋਵਿਰਤੀਆਂ ਇਕਾਗਰ ਕਰੋ, ਅਸੀਸ ਬਖਸ਼ੋ ਪ੍ਰੇਮ ਨਾਲ। ਗੁਰਫਤਿਹ ਦੀ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੀ ਮਹਿਲਾ ਚੌਥਾ। ਸੋਹੀ ਮਹਿਲਾ ਚੌਥਾ। ਹਰ ਪਹਿਲੜੀ ਲਾਮ, ਹਰ ਪਹਿਲੜੀ ਲਾਮ। ਹਰ ਬਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਹਰ ਬਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ।
ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਪਾਪ ਤਜਾਇਆ ਬਲਰਾਮ ਜੀਓ। ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ। ਧਰਮ ਦ੍ਰਿੜੋ ਹਰ ਨਾਮ ਧਿਆਓ। ਸਮ੍ਰਿਤ ਨਾਮ ਦ੍ਰਿੜਾਇਆ। ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧੋ। ਸਤਿਗੁਰ ਗੁਰ ਪੂਰਾ ਆਰਾਧੋ। ਸਭ ਕਿਲ ਵਿਖ ਪਾਪ ਗਵਾਇਆ। ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡ ਭਾਗੀ। ਸਹਿਜ ਆਨੰਦ ਹੋਆ ਵਡ ਭਾਗੀ। ਮਨ ਹਰ ਹਰ ਮਿਠਾ ਲਾਇਆ। ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਮ ਪਹਿਲੀ। ਜਨਨ ਕਹੈ ਨਾਨਕ ਲਾਉ ਪਹਿਲੀ। ਆਰੰਭ ਕਾਜ ਰਚਾਇਆ। ਆਰੰਭ ਕਾਜ ਰਚਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਿਰਪਾ ਕੀਤੀ ਇਹ ਪਾਵਨ ਪਵਿੱਤਰ ਸ਼ਬਦ ਸੋਹੀ ਰਾਗ ਦੇ ਵਿੱਚ ਦਰਜ ਹਨ। ਆਓ ਕਿ ਇਸ ਸੰਪੂਰਨ 4 ਪਦਿਆਂ ਦੇ ਸ਼ਬਦ ਦਾ ਜੋ ਸਿਰਲੇਖ ਹੈ ਸੋਹੀ ਮਹਿਲਾ ਚੌਥਾ ਹੈ। ਆਓ ਸੋਹੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਪਾਵਨ ਪਵਿੱਤਰ ਰਚਨਾ ਹੈ। ਪਾਵਨ ਅੰਕ 773 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਸਿੱਖ ਧਰਮ ਦੇ ਅੰਦਰ ਇਹਨਾਂ ਅਗੰਮੀ ਬੋਲਾਂ ਦੀ ਮਾਨਤਾ ਹੈ ਕਿਉਂਕਿ ਇਹ ਬੋਲ ਸਾਡੀ ਆਨੰਦ ਕਾਰਜ ਦੀ ਰਸਮ ਨਾਲ ਜੁੜੇ ਹੋਏ ਹਨ। ਆਓ ਕਿ ਜਦੋਂ ਸਿੱਖ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ ਉਸ ਵੇਲੇ ਇਹ ਪਾਠ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਸੋ ਜਿਵੇਂ ਅਸੀਂ ਦੇਖਦੇ ਹਾਂ ਕਿ ਹਰ ਇੱਕ ਧਰਮ ਨੇ ਗ੍ਰਸਤ ਜੀਵਨ ਦੇ ਵਿੱਚ ਐਂਟਰੀ ਕਰਨ ਵਾਸਤੇ ਕੋਈ ਨਾ ਕੋਈ ਆਪਣੇ ਆਪਣੇ ਧਰਮ ਮੁਤਾਬਿਕ ਉਹਨਾਂ ਨੇ ਕਾਰਜ ਜਿਹੜੇ ਮਿੱਥੇ ਹੋਏ ਨੇ, ਰਸਮਾਂ ਮਿੱਥੀਆਂ ਹੋਈਆਂ ਹਨ ਅਤੇ ਉਹਨਾਂ ਰਸਮਾਂ ਦੇ ਅਧੀਨ ਉਹ ਆਪਣੇ ਬੱਚਿਆਂ ਦੇ ਵਿਆਹ ਕਰਦੇ ਹਨ। ਇਸ ਤਰ੍ਹਾਂ ਸਿੱਖ ਧਰਮ ਦੇ ਅੰਦਰ ਵੀ ਇਹ ਮਰਿਆਦਾ ਹੈ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਦ੍ਰਿੜ ਕਰਾਈ। ਜਿੱਥੇ ਦਾਸ ਇਸ ਸ਼ਬਦ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰੇਗਾ ਉੱਥੇ ਨਾਲ ਨਾਲ ਜਿਹੜੀਆਂ ਗੱਲਾਂ ਅੱਜ ਸਾਡੇ ਵਿੱਚ ਘਰ ਕਰ ਗਈਆਂ ਨੇ ਅਤੇ ਦਾਸ ਯਤਨ ਕਰੇਗਾ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਪਿਆਰ ਵਾਲਿਓ, ਸੱਚ ਜਾਣਨਾ ਜਿਹੜੀ ਧਾਰਮਿਕ ਰਸਮਾਂ ਹੁੰਦੀਆਂ ਨੇ ਹਰ ਇੱਕ ਧਰਮ ਦੀਆਂ ਆਪੋ ਆਪਣੀਆਂ ਰਸਮਾਂ ਹੁੰਦੀਆਂ ਹਨ, ਪਰ ਅਸੀਂ ਜਿਸ ਕਰਮਕਾਂਡੀ ਸਮਾਜ ਦੇ ਅੰਦਰ, ਵਿਖਾਵੇ ਵਾਲੇ ਸਮਾਜ ਦੇ ਅੰਦਰ ਰਹਿੰਦੇ ਹਾਂ, ਅਸੀਂ ਦੇਖਾ ਦੇਖ ਬਹੁਤ ਸਾਰੀਆਂ ਰੀਤੀ ਰਿਵਾਜ ਰਸਮਾਂ ਉਹ ਦੂਜਿਆਂ ਦੀ ਅਡੋਪਟ ਕਰ ਲੈਂਦੇ ਹਾਂ। ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਸਿੱਖ ਧਰਮ ਇੱਕ ਸਭ ਤੋਂ ਸੌਖਾ ਧਰਮ ਹੈ ਅਤੇ ਸਿੱਖ ਧਰਮ ਦੀਆਂ ਰਸਮਾਂ ਵੀ ਸਾਰੀਆਂ ਸੌਖੀਆਂ ਅਤੇ ਗੁਰੂ ਨੂੰ ਸਮਰਪਿਤ ਹਨ। ਮੈਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤਾਂ ਕਿ ਸਾਨੂੰ ਆਨੰਦ ਕਾਰਜ ਤੋਂ ਪਹਿਲਾਂ ਇਹ ਗੱਲਾਂ ਦੇ ਸੋਝੀ ਹੋਣੀ ਚਾਹੀਦੀ ਵੀ ਇਹ ਸਾਡੇ ਧਰਮ ਦੇ ਮੁਤਾਬਿਕ ਰਸਮ ਹੈ ਕਿ ਨਹੀਂ। ਜਿਵੇਂ ਅਸੀਂ ਦੇਖਦੇ ਹਾਂ ਰਿੰਗ ਸੈਰਾਮਨੀ
ਇਹ ਜਿਹੜੀ ਰਸਮ ਹੈ ਇਹ ਈਸਾਈਆਂ ਦੀ ਰਸਮ ਹੈ। ਸਿੱਖੀ ਦਾ ਇਸ ਦੇ ਨਾਲ ਦੂਰ ਦੂਰ ਤੱਕ ਵੀ ਕੋਈ ਤਾਲੁਕਾਤ ਜਾਂ ਸੰਬੰਧ ਨਹੀਂ ਹੈ। ਭਾਵ ਕਿ ਅਸੀਂ ਇਹ ਰਸਮ ਜਿਹੜੇ ਵੀ ਸਿੱਖ ਕਰਦੇ ਨੇ ਇਹ ਗੁਰੂ ਸਾਹਿਬ ਦੇ ਆਸੇ ਅਨੁਸਾਰ ਨਹੀਂ, ਸਗੋਂ ਈਸਾਈਆਂ ਦੀ ਕੋਠੀ ਹੈ, ਉਹਨਾਂ ਦੀ ਰਸਮ ਹੈ। ਜਿਵੇਂ ਅਸੀਂ ਜੈਮਾਲਾ ਕਰਦੇ ਹਾਂ ਇਹ ਹਿੰਦੂ ਵੀਰਾਂ ਦੀ ਨਕਲ ਹੈ ਵਰਮਾਲਾ ਦੀ। ਅਸੀਂ ਉਹਨਾਂ ਦੀ ਰਸਮ ਨਿਭਾਉਂਦੇ ਹਾਂ, ਉਹਨਾਂ ਦੀ ਰਸਮ ਕਰਦੇ ਹਾਂ। ਇਸ ਤਰ੍ਹਾਂ ਹੀ ਕੁੰਡ ਪ੍ਰਥਾ, ਜੈਮਾਲਾ ਜਾਂ ਹੋਰ ਬਹੁਤ ਸਾਰੇ ਜਿਹੜੇ ਗਹਿਣੇ ਆਦੀਆਂ ਪ੍ਰਥਾਵਾਂ ਨੇ ਇਹ ਵੱਖ ਵੱਖ ਧਰਮਾਂ ਤੋਂ ਜਾਂ ਕੁਝ ਚੀਜ਼ਾਂ ਗੁਲਾਮੀ ਦਾ ਆਧਾਰ ਬਣੀਆਂ ਔਰ ਜਿਹੜੀ ਲੋਕਾਂ ਨੇ ਇੱਕ ਰਸਮ ਬਣਾ ਲਈ, ਲੋਕਾਂ ਨੇ ਇੱਕ ਮਰਿਆਦਾ ਬਣਾ ਲਈ। ਪਰ ਸਿੱਖੀ ਵਿੱਚ ਨਾ ਰੰਗ ਸੇਰਾਮਣੀ ਹੈ, ਨਾ ਜੈਮਾਲਾ ਜਾਂ ਵਰਮਾਲਾ ਹੈ। ਸਿੱਖੀ ਦੇ ਅੰਦਰ ਸਾਦਗੀ ਦੀ ਇੱਕ ਮਰਿਆਦਾ ਜੋ ਲਿਖੀ ਹੋਈ ਹੈ ਸਾਡੀ, ਉਹ ਇਹ ਹੈ ਕਿ ਜਿਸ ਥਾਂ 'ਤੇ ਬਰਾਤ ਨੇ ਗੁਰਮੁਖਾਂ ਨੇ ਇਕੱਠੇ ਹੋਣਾ ਹੈ, ਇਕੱਠੇ ਹੋ ਕੇ ਜਲਪਾਨ ਕਰਕੇ ਉਹ ਗੁਰੂ ਘਰ ਦੇ ਵਿੱਚ ਆ ਜਾਣ। ਗੁਰੂ ਘਰ ਦੇ ਵਿੱਚ ਆ ਕੇ ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਨੇ। ਕੀਰਤਨ ਕਰਦੇ ਜਦੋਂ ਦੋਵੇਂ ਪਰਿਵਾਰ ਲੜਕਾ ਅਤੇ ਲੜਕੀ ਗੁਰੂ ਘਰ ਪਹੁੰਚ ਜਾਂਦੇ ਹਨ, ਉਸ ਵੇਲੇ ਫਿਰ ਗੁਰੂ ਕੇ ਕੀਰਤਨੀਏ ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਪਹਿ ਪੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਦਾ ਸ਼ਬਦ ਪੜ੍ਹਦੇ ਹਨ। ਭਾਵ ਕਿ ਇਹ ਸਾਡੀ ਮਰਿਆਦਾ ਦਾ ਅੰਸ਼ ਹੈ। ਪਰ ਅਸੀਂ ਬਹੁਤ ਸਾਰੀ ਚੀਜ਼ਾਂ ਉਹ ਦੇਖਦੇ ਹਾਂ, ਇੱਕ ਜਿਹੜੀ ਸਮਾਜਿਕ ਰਹੁਰੀਤ ਹੈ, ਜਿਵੇਂ ਘੋੜੀ ਚੜ੍ਹਨਾ, ਇਹ ਸਮਾਜਿਕ ਰਹੁਰੀਤ ਹੈ। ਗੁਰਮਤਿ ਵਿੱਚ ਇਸ ਦੀ ਕੋਈ ਥਾਂ ਨਹੀਂ ਹੈ। ਭਾਵੇਂ ਗੁਰੂ ਸਾਹਿਬ ਜੀ ਨੇ ਘੋੜੀਆਂ ਬਾਣੀ ਉਚਾਰਨ ਕੀਤੀ, ਪਰ ਘੋੜੀਆਂ ਉਹ ਸਿਫਤ ਸਲਾਹ ਦੇ ਗੀਤ ਨੇ। ਜਦੋਂ ਕਿ ਲੜਕੀ ਜਾਂ ਲੜਕੇ ਦਾ ਵਿਆਹ ਹੁੰਦਾ ਸੀ, ਉਸ ਵੇਲੇ ਖੁਸ਼ੀ ਦੇ ਗੀਤ ਗਾਏ ਜਾਂਦੇ ਸਨ, ਮਿਲਾਪ ਕਰਕੇ ਵੀ ਦੋ ਬੱਚਿਆਂ ਦਾ ਮਿਲਾਪ ਹੋਣਾ। ਪਰ ਉੱਥੇ ਘੋੜੀਆਂ ਵੀ ਪ੍ਰਭੂ ਮਿਲਾਪ ਦਾ ਇੱਕ ਸਾਧਨ ਦੱਸੀਆਂ ਗਈਆਂ ਨੇ। ਅਲਾਣੀਆਂ ਲੋਕ ਰੋਂਦੇ ਸਨ, ਕੀਰਨੇ ਪਾਉਂਦੇ ਸਨ। ਗੁਰੂ ਸਾਹਿਬ ਜੀ ਨੇ ਅਲਾਣੀਆਂ ਦਿੱਤੀਆਂ ਪਰਮਾਤਮਾ ਨੂੰ ਯਾਦ ਕਰਨ ਦਾ ਤਰੀਕਾ। ਸੋ ਸਾਡੇ ਅੰਦਰ ਇੱਕ ਵੱਖਰੀ ਮਰਿਆਦਾ ਜੋ ਗੁਰੂ ਸਾਹਿਬ ਜੀ ਨੇ ਇੱਕ ਸਾਦਗੀ ਭਰੀ ਮਰਿਆਦਾ, ਸਾਦੇ ਕੱਪੜੇ, ਸਾਦੇ ਕੱਪੜਿਆਂ ਦੇ ਵਿੱਚ ਬਿਨਾਂ ਬਨਾਵਟ ਤੋਂ, ਬਿਨਾਂ ਦਿਖਾਵਟ ਤੋਂ ਬੱਚਾ ਅਤੇ ਬੱਚੀ ਗੁਰੂ ਗੋਦ ਵਿੱਚ ਆ ਜਾਣ। ਜਦੋਂ ਉਹਨਾਂ ਦੇ ਆਨੰਦ ਕਾਰਜ ਹੋਣ, ਦੋਵਾਂ ਨੇ ਅੰਮ੍ਰਿਤ ਛਕਿਆ ਹੋਵੇ, ਗੁਰੂ ਦੀ ਹਜ਼ੂਰੀ ਵਿੱਚ ਦੋਵੇਂ ਆ ਕੇ ਪ੍ਰਣ ਕਰਨ। ਔਰ ਉਹ ਪ੍ਰਣ ਇਹ ਕੀਤਾ ਜਾਂਦਾ ਵੀ ਅੱਜ ਤੋਂ ਅਸੀਂ ਇੱਕ ਦੂਜੇ ਦੇ ਨਾਲ ਗ੍ਰਸਤ ਜੀਵਨ ਵਿੱਚ ਅੱਜ ਪ੍ਰਵੇਸ਼ ਕਰ ਰਹੇ ਹਾਂ। ਅੱਜ ਇੱਕ ਨਵਾਂ ਨਾਮ ਜਿੱਥੇ ਗ੍ਰਸਤ ਜੀਵਨ ਦਾ ਜੁੜਨ ਲੱਗਿਆ, ਉੱਥੇ ਲੜਕੀ ਦੇ ਨਾਲ ਸੁਹਾਗਣ ਦਾ ਔਰ ਪੂਰੇ ਜੋੜੇ ਨੂੰ ਸੁਹਾਗ ਜੋੜੇ ਦਾ ਨਾਮ ਦਿੱਤਾ ਜਾਏਗਾ। ਪਿਆਰ ਵਾਲਿਓ, ਸੱਚ ਜਾਣਨਾ ਸਾਡੀ ਮਰਿਆਦਾ ਦੇ ਵਿੱਚ ਅੱਜ ਦੇ ਅਨੁਸਾਰ ਗੱਲ ਕਰੀਏ, ਪਰ ਪੁਰਾਤਨ ਸਮਾਂ ਸੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਆਨੰਦ ਕਾਰਜ ਹੋਇਆ ਕਰਦੇ ਸਨ। ਅਤੇ ਆਨੰਦ ਕਾਰਜ ਹੋ ਕੇ ਬੜੀ ਸਾਦਗੀ ਦੇ ਨਾਲ ਬਰਾਤ ਜਿਹੜੀ ਸੀ, ਸਾਦੇ ਲੀੜਿਆਂ ਦੇ ਅੰਦਰ ਸਾਦੇ ਤਰੀਕੇ ਦੇ ਨਾਲ ਬਰਾਤ ਵਿਦਾ ਹੋ ਜਾਂਦੀ ਸੀ। ਅੱਜ ਤਾਂ ਦੇਹ ਦੀਆਂ ਬਹੁਤ ਸਾਰੀਆਂ ਪ੍ਰਥਾਵਾਂ, ਬਹੁਤ ਸਾਰੀਆਂ ਰਸਮਾਂ ਅਸੀਂ ਇਸ ਤਰ੍ਹਾਂ ਦੀ ਬਣਾ ਦਿੱਤੀਆਂ ਕਿ ਆਮ ਬੰਦਾ ਆਪਣੀ ਬੱਚੀ ਦਾ ਵਿਆਹ ਕਰਨ ਲੱਗਿਆ ਕਈ ਵਾਰੀ ਸੋਚਦਾ ਹੈ ਕਿ ਮੈਂ ਆਪਣੀ ਬੱਚੀ ਦਾ ਵਿਆਹ ਕਿਵੇਂ ਕਰਾਂਗਾ। ਪਰ ਗੁਰੂ ਸਾਹਿਬ ਜੀ ਨੇ ਇੱਕ ਸਾਦਗੀ ਦੀ, ਜਾਂ ਸਾਡੇ ਕੋਲ ਜਿਹੜੀ ਮਰਿਆਦਾ ਹੈ ਉਹ ਬੜੀ ਸਾਦਗੀ ਦੀ ਹੈ ਕਿ ਸਾਧਾਰਨ ਨਵੇਂ ਵਸਤਰ ਪਾ ਕੇ ਲੜਕੀ ਅਤੇ ਲੜਕਾ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਆਉਣ। ਹਜ਼ੂਰੀ ਦੇ ਵਿੱਚ ਆ ਕੇ ਉਹ ਦੋਵੇਂ, ਜਦੋਂ ਪਹਿਲੀ ਅਰਦਾਸ ਹੁੰਦੀ ਹੈ, ਆਨੰਦ ਕਾਰਜ 'ਚ ਦੋ ਅਰਦਾਸਾਂ ਹੁੰਦੀਆਂ ਜੀ। ਇੱਕ ਅਰਦਾਸ ਹੈ ਆਰੰਭਤਾ ਦੀ, ਜਦੋਂ ਕਿ ਆਰੰਭ ਕਰਨਾ ਹੈ ਅਤੇ ਉਸ ਵੇਲੇ ਇਹੀ ਗੱਲ ਕਹਿਣੀ ਹੈ, ਮਹਾਰਾਜ ਅਸੀਂ ਨਿਮਾਣੇ ਹਾਂ, ਅਦਨੇ ਹਾਂ, ਸਾਡੇ ਬੱਚਿਆਂ ਨੂੰ ਤੁਸੀਂ ਇਸ ਗ੍ਰਸਤ ਜੀਵਨ ਵਿੱਚ ਪ੍ਰਵਾਨਗੀ ਦਿਓ ਕਿ ਇਹ ਪ੍ਰਵੇਸ਼ ਕਰਕੇ ਤੁਹਾਡੀ ਆਗਿਆ ਵਿੱਚ ਚੱਲਣ। ਉਸ ਤੋਂ ਬਾਅਦ ਗ੍ਰੰਥੀ ਸਿੰਘ ਗੁਰੂ ਕੇ ਕੀਰਤਨੀਏ ਕੀਤਾ ਲੋੜੀਏ ਕੰਮ ਸ਼ਬਦ ਪੜ੍ਹਦੇ ਨੇ, ਛੋਟੀ ਅਰਦਾਸ ਕੀਤੀ ਜਾਂਦੀ ਹੈ। ਫਿਰ ਗੁਰੂ ਸਾਹਿਬ ਜੀ ਕੋਲੋਂ ਆਗਿਆ ਲਈ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਨੇ ਮੁੱਖ ਵਾਕ। ਮੁੱਖ ਵਾਕ ਹੋਣ ਤੋਂ ਬਾਅਦ
ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੱਲੇ ਦੀ ਰਸਮ ਅਦਾ ਕੀਤੀ ਜਾਂਦੀ ਹੈ। ਭਾਵੇਂ ਗੁਰੂ ਕੇ ਕੀਰਤਨੀਏ ਉਸਤਤ ਨਿੰਦਾ ਨਾਨਕ ਜੀ ਇਹ ਸ਼ਬਦ ਪੜ੍ਹਦੇ ਹਨ। ਮੈਂ ਹੰਬ ਵੰਜਾਈ ਛੋੜਿਆ ਹਬ ਕਿਛ ਤਿਆਗੀ, ਸਭੇ ਸਾਗ ਕੁੜਾਬੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਭਾਵੇਂ ਇਹ ਸ਼ਬਦ ਮਰਿਆਦਾ ਦੇ ਵਿੱਚ ਪੜ੍ਹਨ ਵਾਸਤੇ ਨਹੀਂ ਲਿਖਿਆ ਹੋਇਆ, ਪਰ ਅਕਸਰ ਗੁਰੂ ਕੇ ਕੀਰਤਨੀਏ ਇਹ ਸ਼ਬਦ ਪੜ੍ਹਦੇ ਹਨ। ਔਰ ਇੱਥੇ ਪੱਲੇ ਤੈਂਡੇ ਲੱਗਣ ਦਾ ਅਰਥ ਇਹ ਹੈ ਕਿ ਸਾਰੀ ਸੰਗਤ ਦੀ ਪ੍ਰਵਾਨਗੀ ਦੇ ਵਿੱਚ, ਗੁਰੂ ਦੀ ਹਜ਼ੂਰੀ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜਿਹੜੀ ਬੱਚੀ ਹੈ ਅੱਜ ਤੋਂ ਇਸ ਲੜਕੇ ਦੇ ਪੱਲੇ ਲੱਗ ਰਹੀ ਹੈ, ਪਾਓ ਕਿ ਅੱਜ ਤੋਂ ਬਾਅਦ ਮੈਂ ਤੇਰੇ ਆਸੇ ਆਪਣੀ ਜ਼ਿੰਦਗੀ ਗੁਜ਼ਾਰਾਂਗੀ। ਉਹਦਾ ਦੂਜਾ ਧਾਰਮਿਕ ਪੱਖ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਸੁਹਾਗ ਜੋੜੀ ਪੱਲੇ ਦੀ ਰਸਮ ਹੁੰਦੀ ਹੈ ਅਤੇ ਉਸ ਦਾ ਅਰਥ ਹੈ ਕਿ ਅੱਜ ਤੋਂ ਗੁਰੂ ਸਾਹਿਬ ਅਸੀਂ ਤੁਹਾਡਾ ਪੱਲਾ ਫੜ ਲਿਆ ਹੈ ਔਰ ਤੁਹਾਡੇ ਤੋਂ ਬਗੈਰ ਅਸੀਂ ਹੁਣ ਕੋਈ ਕਾਰਜ ਨਹੀਂ ਕਰਾਂਗੇ। ਪਾਓ ਕਿ ਗ੍ਰਸਤ ਜੀਵਨ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਤੁਹਾਡਾ ਪੱਲਾ ਫੜ ਲਿਆ ਹੈ, ਤੁਹਾਡੇ ਮੁਤਾਬਿਕ ਆਪਣੀ ਜ਼ਿੰਦਗੀ ਜਿਉਣ ਦਾ ਅਸੀਂ ਪ੍ਰਣ ਕਰਦੇ ਹਾਂ। ਇਹ ਰਸਮ ਹੈ। ਉਸ ਤੋਂ ਬਾਅਦ ਗ੍ਰੰਥੀ ਸਿੰਘ ਜਿਹੜਾ ਹੈ ਉਹ ਤਾਬੇ 'ਤੇ ਬੈਠ ਕੇ ਇੱਕ ਇੱਕ ਲਾਮ ਔਰ ਇੱਕ ਇੱਕ ਪਦੇ ਦਾ ਪਾਠ ਕਰਦਾ ਹੈ। ਪਾਠ ਕਰਨ ਤੋਂ ਬਾਅਦ ਲੜਕੀ ਅਤੇ ਲੜਕਾ ਉਸ ਪਾਠ ਨੂੰ ਸੁਣਦੇ ਹਨ ਬੜੇ ਧਿਆਨ ਨਾਲ। ਔਰ ਫਿਰ ਜਦੋਂ ਗੁਰੂ ਕੇ ਕੀਰਤਨੀਏ ਉਸ ਲਾਮ ਦੇ ਕੀਰਤਨ ਕਰਦੇ ਨੇ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਰੱਖ ਕੇ ਆਪਣਾ ਇਸ਼ਟ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦੇ ਹਨ। ਇਸ ਦਾ ਅਰਥ ਪਰਿਕਰਮਾ ਕਰਨ ਦਾ ਇਹ ਹੈ ਕਿ ਅਸੀਂ ਤੁਹਾਨੂੰ ਸਾਕਸ਼ੀ ਜਾਣ ਕੇ ਤੁਹਾਡੀ ਹਜ਼ੂਰੀ ਵਿੱਚ ਇਹ ਪ੍ਰਣ ਕਰਦੇ ਹਾਂ ਕਿ ਅੱਜ ਤੋਂ ਅਸੀਂ ਦੋਵੇਂ ਇਕੱਠੇ ਰਹਾਂਗੇ। ਤੁਹਾਡੀ ਮਰਿਆਦਾ ਅਨੁਸਾਰ, ਤੁਹਾਡੀ ਵਿਚਾਰਧਾਰਾ ਅਨੁਸਾਰ, ਤੁਹਾਡੇ ਉਪਦੇਸ਼ ਅਨੁਸਾਰ ਅਸੀਂ ਜ਼ਿੰਦਗੀ ਜਿਉਣ ਦਾ ਪ੍ਰਣ ਕਰਦੇ ਹਾਂ। ਇਹ ਹੈ ਸਾਡੇ ਆਨੰਦ ਕਾਰਜ ਦਾ ਮੁੱਢ। ਹੁਣ ਜਿੱਥੇ ਕਿ ਅਸੀਂ ਦੇਖਦੇ ਹਾਂ ਕਿ ਜਿਹੜੀ ਗੁਰਬਾਣੀ ਹੈ ਉਹ ਜੀਵ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦੀ ਗੱਲ ਕਰਦੀ ਹੈ। ਜੀਵ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦੀ ਗੱਲ ਕਰਦੀ ਹੈ ਔਰ ਇਹ ਫਰਜ਼ ਸਾਨੂੰ ਦ੍ਰਿੜ ਕਰਾਉਂਦੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਵਿੱਚ ਅਭੇਦ ਹੋ ਸਕਦੇ ਹਾਂ। ਸਾਨੂੰ ਕਿਹੜੇ ਕਰਮ ਜਿਹੜੇ ਨੇ ਉਹ ਦ੍ਰਿੜ ਕਰਨੇ ਚਾਹੀਦੇ ਹਨ। ਸੋ ਜਿੱਥੇ ਕਿ ਗੁਰੂ ਸਾਹਿਬ ਨੇ ਇੱਥੇ ਅਧਿਆਤਮ ਦੀ ਗੱਲ ਕੀਤੀ, ਉੱਥੇ ਨਾਲ ਨਾਲ ਆਪਾਂ ਯਤਨ ਕਰਾਂਗੇ ਕਿ ਜੋ ਆਨੰਦ ਕਾਰਜ ਹੁੰਦੇ ਹਨ ਅਤੇ ਸਾਨੂੰ ਇਸ ਦੇ ਵਿੱਚੋਂ ਕੀ ਉਪਦੇਸ਼ ਗ੍ਰਹਿਣ ਕਰਨ ਦੀ ਲੋੜ ਹੈ, ਜਿਸ ਦਿਨ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਇਹ ਉਪਦੇਸ਼ ਗ੍ਰਹਿਣ ਕਰਦੇ ਹਾਂ, ਉਪਦੇਸ਼ ਲੈਂਦੇ ਹਾਂ ਅਤੇ ਅਸੀਂ ਗੁਰੂ ਦੇ ਚਰਨਾਂ 'ਚ ਪ੍ਰਣ ਕਰਦੇ ਹਾਂ। ਤਾਂ ਸਤਿਗੁਰ ਨੇ ਇਹ ਪਾਵਨ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ। ਫਿਰ ਇਸ ਦੇ ਅਧੀਨ ਅਸੀਂ ਲਾਵਾਂ ਕਰਦੇ ਹਾਂ। ਗੁਰਬਾਣੀ ਦੇ ਵਿੱਚ ਤਾਂ ਹੋਰ ਵੀ ਸੈਂਕੜੇ ਹਜ਼ਾਰਾਂ ਸ਼ਬਦ ਨੇ। ਕਿਸੇ ਵੀ ਸ਼ਬਦ ਨੂੰ ਪੜ੍ਹ ਕੇ ਗੁਰੂ ਦੀ ਹਜ਼ੂਰੀ ਵਿੱਚ ਪ੍ਰਣ ਕੀਤਾ ਜਾ ਸਕਦਾ ਹੈ, ਪਰ ਸਾਡੀ ਇੱਕ ਮਰਿਆਦਾ ਦਾ ਇਹ ਅੰਸ਼ ਹੈ। ਕਿਉਂਕਿ ਕੋਈ ਸਾਨੂੰ ਪੁੱਛ ਸਕਦਾ ਹੈ ਕਿ ਲਾਵਾਂ ਹੀ ਕਿਉਂ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਪਾਵਨ ਉਪਦੇਸ਼ ਦਿੱਤਾ। ਇਸ ਉਪਦੇਸ਼ ਰਾਹੀਂ ਸਤਿਗੁਰੂ ਜੀ ਅੱਜ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹਨ। ਸੋਹੀ ਮਹਿਲਾ ਚੌਥਾ, ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਲਾਮ ਦਾ ਅਰਥ ਕੀ ਹੈ? ਲਾਮ ਦਾ ਅਰਥ ਭਾਈ ਕਾਨ ਸਿੰਘ ਨਾਭਾ ਨੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਮਹਾਨ ਕੋਸ਼ ਉਹਨਾਂ ਦਾ ਇੱਕ ਮਹਾਨ ਪਵਿੱਤਰ ਗ੍ਰੰਥ ਹੈ, ਜਿਹੜਾ 14 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਸਿੱਖ ਕੌਮ ਨੂੰ ਉਹਨਾਂ ਨੇ ਦਿੱਤਾ। ਔਰ ਸਿੱਖ ਧਰਮ ਦੀ ਸਭ ਤੋਂ ਵੱਡੀ ਗਿਆਨ ਦਾ ਸਾਗਰ ਹੈ ਉਹ, ਜਿਸ ਦੇ ਵਿੱਚ ਹਰ ਇੱਕ ਚੀਜ਼ ਦਾ ਗਿਆਨ ਭਾਈ ਸਾਹਿਬ ਹੁਣਾਂ ਨੇ ਸਾਡੀ ਝੋਲੀ 'ਚ ਪਾਇਆ। ਕੋਈ ਵੀ ਅੱਖਰ ਹੈ, ਉਸ ਅੱਖਰ ਦੇ ਜੇ ਅਰਥ ਦੇਖਣੇ ਹੋਣ ਤਾਂ ਕਾਨ ਸਿੰਘ ਨਾਭਾ ਨੇ ਆਪਣੇ ਉਸ ਮਹਾਨ ਕੋਸ਼ ਰੂਪੀ ਗ੍ਰੰਥ ਦੇ ਅੰਦਰ ਹਰ ਇੱਕ ਅੱਖਰ ਦੇ ਤਕਰੀਬਨ ਅਰਥ ਦਿੱਤੇ ਹੋਏ ਨੇ। ਉਹ ਕਹਿੰਦੇ ਨੇ ਕਿ ਇਹ ਅੱਖਰ ਲੂ ਤੋਂ ਬਣਿਆ ਹੋਇਆ ਅੱਖਰ ਹੈ ਲਾਮ। ਲਾਮ ਦਾ ਅਰਥ ਉਹ ਕਰਦੇ ਨੇ ਤੋੜਨਾ। ਹੁਣ ਇਸ ਨੂੰ ਦੋ ਪੱਖਾਂ ਤੋਂ ਲੈ ਕੇ ਚੱਲਣਾ ਹੈ। ਇੱਕ ਪੱਖ ਹੈ ਜਦੋਂ ਲੜਕੀ ਅਤੇ ਲੜਕਾ ਇੱਥੇ ਆਉਂਦੇ ਨੇ ਹਜ਼ੂਰੀ ਵਿੱਚ,
ਤੇ ਇੱਕ ਲੜਕੀ ਮਾਪਿਓ ਦੇ ਘਰ ਵਿੱਚ ਪਲਦੀ ਹੈ ਅਤੇ ਉਹ ਆਪਣੇ ਮਾਪਿਓ ਤੋਂ ਟੁੱਟ ਕੇ ਅਤੇ ਉਹ ਜੁੜਦੀ ਹੈ ਆਪਣੇ ਸਹੁਰੇ ਘਰ ਦੇ ਨਾਲ। ਇੱਕ ਇਸ ਲਾਮ ਦਾ ਅਰਥ ਲੱਜ ਵੀ ਕੀਤਾ ਹੈ, ਰੱਸੀ ਵੀ ਕੀਤਾ ਹੈ, ਔਰ ਕਿ ਇੱਕ ਥਾਂ ਤੋਂ ਬੰਧਨ ਤੋੜ ਕੇ ਦੂਜੀ ਥਾਂ 'ਤੇ ਬੰਧ ਜਾਣਾ। ਔਰ ਮੈਂ ਕਿਸੇ ਹੋਰ ਵਿਦਵਾਨ ਨੂੰ ਵੀ ਪੜ੍ਹ ਰਿਹਾ ਸੀ, ਉਹ ਲਾਮ ਦੇ ਅਰਥ ਕਰਦੇ ਨੇ ਲਾਉਣ ਦੀ ਪ੍ਰਕਿਰਿਆ। ਜਿਵੇਂ ਕਿ ਜੀਰੀ ਇੱਕ ਕਿਆਰੀ ਵਿੱਚ ਬੀਜੀ ਜਾਂਦੀ ਹੈ, ਜਦੋਂ ਉਹ ਪਨੀਰੀ ਤਿਆਰ ਹੋ ਜਾਂਦੀ ਹੈ, ਤਿਆਰ ਹੋਣ ਤੋਂ ਬਾਅਦ ਕਿਸਾਨ ਉਸ ਪਨੀਰੀ ਨੂੰ ਇੱਕ ਛੋਟੀ ਜਿਹੀ ਕਿਆਰੀ ਵਿੱਚੋਂ ਪੁੱਟ ਕੇ ਉਹ ਸਾਰੇ ਖੇਤ ਦੇ ਵਿੱਚ ਲਾ ਦਿੰਦਾ, ਇੱਕ ਵੱਡੇ ਖੇਤ ਦੇ ਵਿੱਚ ਲਾ ਦਿੰਦਾ। ਉਸ ਨੂੰ ਵੀ ਲਾਮ ਕਹਿੰਦੇ ਨੇ ਕਿਸਾਨਾਂ ਦੀ ਭਾਸ਼ਾ ਦੇ ਅੰਦਰ। ਪਾਓ ਕਿ ਪਨੀਰੀ ਤਿਆਰ ਕੀਤੀ, ਜਦੋਂ ਉਹ ਤਿਆਰ ਹੋ ਗਈ, ਲਾਣ ਜੋਗੀ ਹੋ ਗਈ, ਤਾਂ ਉਹ ਇਸ ਕਿਆਰੀ ਵਿੱਚੋਂ ਪੁੱਟ ਕੇ ਉਹ ਸਾਰੇ ਖੇਤ ਦੇ ਵਿੱਚ ਪਾਣੀ ਭਰ ਕੇ ਉਹਦੇ ਵਿੱਚ ਫਿਰ ਉਸ ਜੀਰੀ ਨੂੰ ਲਾ ਦਿੰਦੇ ਨੇ। ਉਸ ਪ੍ਰਕਿਰਿਆ ਨੂੰ ਵੀ ਲਾਮ ਕਿਹਾ ਜਾਂਦਾ ਹੈ। ਇਸ ਤਰ੍ਹਾਂ ਹੀ ਇੱਕ ਬੱਚੀ ਜਿਹੜੀ ਹੈ, ਅਸੀਂ ਦੇਖਦੇ ਹਾਂ ਕਿ ਘਰ ਦੇ ਵਿੱਚ ਇੱਕ ਕਿਆਰੀ ਵਿੱਚ, ਇੱਕ ਵਿਹੜੇ ਵਿੱਚ ਪਲਦੀ ਹੈ, ਔਰ ਜਦੋਂ ਉਹ ਵਿਆਹਣ ਜੋਗੀ ਹੋ ਜਾਂਦੀ ਹੈ ਤਾਂ ਉਸ ਦਾ ਵਿਆਹ ਜਿਹੜਾ ਉਹ ਫਿਰ ਕਰ ਦਿੱਤਾ ਜਾਂਦਾ ਹੈ। ਔਰ ਤੁਸੀਂ ਕਈ ਵਾਰੀ ਧਿਆਨ ਨਾਲ ਤੱਕੋਗੇ, ਇਹ ਪ੍ਰਕਿਰਿਆ ਮੈਨੂੰ ਬਹੁਤ ਨੇੜਲੀ ਲੱਗਦੀ ਹੈ। ਜਿਹੜੀ ਜੀਰੀ ਵਾਲੀ ਗੱਲ ਮੈਨੂੰ ਸਮਝ ਵਿੱਚ ਆਈ ਕਿ ਇੱਕ ਜੀਰੀ ਦਾ ਬੂਟਾ ਜਿਹੜਾ ਹੈ, ਜਿਹੜਾ ਕਦੀ ਉਹ ਇੱਕ ਕਿਆਰੀ ਦੇ ਅੰਦਰ, ਇੱਕ ਪੈਲੀ ਦੇ ਅੰਦਰ ਜਦੋਂ ਉਹ ਪਨੀਰੀ ਦੇ ਰੂਪ ਵਿੱਚ ਸੀ, ਉਸ ਵੇਲੇ ਬਿਲਕੁਲ ਹਰਾ ਭਰਾ ਸੀ। ਅਤੇ ਕਈ ਵਾਰੀ ਅਸੀਂ ਵੇਖਦੇ ਹਾਂ ਖੇਤ ਵਿੱਚ ਲੱਗਣ ਤੋਂ ਬਾਅਦ ਕਈ ਵਾਰੀ ਪੀਲਾ ਵੀ ਪੈ ਜਾਂਦਾ ਹੈ, ਭਾਵੇਂ ਪਾਣੀ ਨਕੋ ਨਕ ਭਰਿਆ ਹੋਇਆ ਹੈ, ਪਰ ਫਿਰ ਵੀ ਪੀਲਾ ਹੋ ਜਾਂਦਾ ਹੈ। ਸਾਰੀਆਂ ਸੁੱਖ ਸੁਵਿਧਾਵਾਂ ਹਨ। ਪਾਣੀ ਦਾ ਅਰਥ ਕਰਾਂਗੇ ਉੱਥੇ ਕਿ ਜੀਰੀ ਵਾਸਤੇ ਪਾਣੀ ਸਾਰੇ ਸੁੱਖ ਨੇ, ਪਰ ਸਾਰੇ ਸੁੱਖਾਂ ਦੇ ਹੁੰਦਿਆਂ ਵੀ ਜਿਹੜਾ ਬੂਟਾ ਲਾਇਆ ਸੀ ਪੁੱਟ ਕੇ, ਉਹ ਪੀਲਾ ਪੈ ਰਿਹਾ। ਉਸ ਦਾ ਕਾਰਨ ਲੱਭਣ ਦਾ ਯਤਨ ਕਰੀਏ ਤਾਂ ਪਤਾ ਚੱਲੇਗਾ ਕਿ ਉਸਦੀ ਜਿਹੜੀ ਜੜ੍ਹ ਹੈ ਉਹ ਉਤਾਂਹ ਰਹਿ ਗਈ ਹੈ, ਇਸ ਕਰਕੇ ਉਹ ਗਰੋਥ ਨਹੀਂ ਕਰ ਪਾ ਰਿਹਾ। ਭਾਵੇਂ ਉਸ ਨੂੰ ਸਹੂਲਤਾਂ ਸਾਰੀਆਂ ਨੇ, ਪਾਣੀ ਵਿੱਚ ਖਲੋਤਾ ਹੋਇਆ, ਪਰ ਪੂਰਨ ਤੌਰ ਤੋਂ ਜੜ੍ਹ ਅੰਦਰ ਜਮੀ ਨਹੀਂ ਹੈ। ਇਸ ਦਾ ਅਰਥ ਇਹ ਕਰਾਂਗੇ ਕਿ ਇੱਕ ਪਰਿਵਾਰ ਦੇ ਵਿੱਚ ਜੰਮਣ ਵਾਲੀ ਬੱਚੀ ਜਦੋਂ ਉਹ ਸਹੁਰੇ ਘਰ ਵਿੱਚ ਜਾਂਦੀ ਹੈ ਅਤੇ ਉੱਥੇ ਚੰਗੇ ਤਰੀਕੇ ਦੇ ਨਾਲ ਜੜ੍ਹ ਉਸਦੀ ਲੱਗਣੀ ਚਾਹੀਦੀ ਹੈ, ਤਾਂ ਉਹ ਉੱਥੇ ਜਾ ਕੇ ਪ੍ਰਫੁੱਲਿਤ ਹੋਏਗੀ, ਹਰੀ ਭਰੀ ਹੋਏਗੀ, ਖੁਸ਼ ਹੋਵੇਗੀ। ਇਹ ਸਾਡੇ ਸਾਰਿਆਂ ਵਾਸਤੇ ਇੱਕ ਸਮੂਹਿਕ ਜਿਹਾ ਉਪਦੇਸ਼ ਹੈ। ਇਸ ਕਰਕੇ ਇਸ ਨੂੰ ਆਪਾਂ ਅੱਜ ਸਮਝ ਕੇ ਜਾਣਾ ਹੈ। ਇੱਥੇ ਗੁਰੂ ਸਾਹਿਬ ਜੀ ਸਾਨੂੰ ਹੁਣ ਅਧਿਆਤਮ ਦੀ ਗੱਲ ਸਮਝਾ ਰਹੇ ਹਨ। ਕੀ ਕਹਿ ਰਹੇ ਨੇ? ਹਰ ਪਹਿਲੜੀ ਲਾਮ ਪਰ ਬਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ। ਇੱਥੇ ਰਾਮ ਦਾ ਅਰਥ ਕਰਾਂਗੇ ਹੇ ਸੋਹਣੇ ਰਾਮ ਜੀ। ਬਲ ਦਾ ਅਰਥ ਕਰਾਂਗੇ ਕੁਰਬਾਨ ਜਾਣਾ, ਸਦਕੇ ਜਾਣਾ, ਬਲਿਹਾਰ ਜਾਣਾ। ਆਖਣ ਲੱਗੇ ਹੇ ਮੇਰੇ ਪ੍ਰਭੂ, ਮੈਂ ਤੇਤੋਂ ਕੁਰਬਾਨ ਹਾਂ, ਤੇਤੋਂ ਸਦਕੇ ਹਾਂ। ਤੇਰੀ ਮਿਹਰ ਦੇ ਨਾਲ ਗੁਰੂ ਨੇ ਸਿੱਖ ਨੂੰ ਹਰੀ ਪਰਮਾਤਮਾ ਦੇ ਨਾਮ ਦੇ ਆਹਾਰ ਵਿੱਚ ਰੁੱਝਣ ਵਾਲਾ ਜਿਹੜਾ ਕੰਮ ਹੈ ਉਹ ਦ੍ਰਿੜ ਕਰਾ ਦਿੱਤਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ। ਪ੍ਰਵਿਰਤੀ ਦਾ ਅਰਥ ਹੈ ਪਰਮਾਤਮਾ ਦੇ ਨਾਮ ਜਪਣ ਦੇ ਆਹਾਰ ਵਿੱਚ ਰੁੱਝਣ ਦਾ ਕੰਮ, ਇਹਨੂੰ ਕਹਿੰਦੇ ਨੇ ਪ੍ਰਵਿਰਤੀ ਕਰਮ। ਇੱਕ ਹੁੰਦਾ ਨਿਰਵਰਤੀ ਕਰਮ। ਨਿਰਵਰਤੀ ਦਾ ਅਰਥ ਹੈ ਕਿ ਜਿਹੜੇ ਪਰਮਾਤਮਾ ਦੇ ਨਾਮ ਤੋਂ ਟੁੱਟ ਕੇ ਹੋਰ ਪਾਸੇ ਜੰਗਲਾਂ ਵਿੱਚ, ਹੋਰ ਕਰਮ ਕਾਂਡਾਂ ਵਿੱਚ ਪੈ ਜਾਂਦੇ ਨੇ, ਹੋਰ ਪਾਸੇ ਲੱਗ ਜਾਂਦੇ ਨੇ। ਪਰ ਗੁਰੂ ਸਾਹਿਬ ਕਹਿੰਦੇ ਨੇ ਇੱਕ ਹੈ ਪ੍ਰਵਿਰਤੀ ਕਰਮ, ਆਓ ਕਿ ਪਰਮਾਤਮਾ ਦੇ ਨਾਮ ਰੂਪੀ ਆਰ ਵਿੱਚ ਰੁੱਝਣ ਦਾ ਕੰਮ। ਗੁਰੂ ਨੇ ਸਿੱਖ ਨੂੰ ਇਹ ਦ੍ਰਿੜ ਕਰਾ ਦਿੱਤਾ। ਇਹੀ ਇਸ ਜੀਵ ਆਤਮਾ ਦੀ ਪਤੀ ਪਰਮਾਤਮਾ ਦੇ ਨਾਲ ਜੁੜਨ ਦੀ ਪਹਿਲੀ ਲਾਮ ਹੈ। ਇਹ ਗੱਲ ਗੁਰੂ ਸਾਹਿਬ ਜੀ ਨੇ ਇੱਥੇ ਸਾਨੂੰ ਦਸਾਇਆ, ਇਹ ਗੱਲ ਸਾਨੂੰ ਸਮਝਾਈ। ਔਰ ਇਹ ਗੱਲ ਪਿਆਰ ਵਾਲਿਓ ਸਮਝਣ ਵਾਲੀ ਹੈ ਕਿ ਅਸੀਂ ਇਸ ਮਨੁੱਖਾ ਜੀਵਨ ਦੇ ਅੰਦਰ ਕੋਈ ਆਹਾਰ ਕਰਨ ਵਾਸਤੇ ਆਏ ਹਾਂ। ਔਰ ਗੁਰਬਾਣੀ ਨੇ ਇੱਥੇ ਤੱਕ ਕਿਹਾ ਕਿ ਆਹਾਰ ਸਭ ਕਰਦਾ ਫਿਰੈ, ਆਹਾਰ ਇੱਕ ਨਾ ਹੋਏ। ਇਹ ਮਨੁੱਖ ਇੱਥੇ ਆਹਾਰ ਕਰਦਾ ਫਿਰਦਾ ਹੈ, ਪਰ ਇੱਕ ਆਹਾਰ ਨਹੀਂ ਹੁੰਦਾ।
ਜਿਹੜਾ ਆਹਾਰ ਕਰਨ ਵਾਸਤੇ ਆਇਆ। ਇਸ ਤਰ੍ਹਾਂ ਕਹਿ ਰਹੇ ਨੇ ਸਤਿਗੁਰੂ ਜੀ, ਆਹਾਰ ਸਭ ਕਰਦਾ ਫਿਰੈ, ਆਹਾਰ ਇੱਕ ਨਾ ਹੋਏ, ਨਾਨਕ ਜਿਸ ਆਹਾਰ ਜਗ ਉਧਰੈ, ਬਿਰਲਾ ਬੁੱਝੈ ਕੋਈ। ਜਿਸ ਆਹਾਰ ਦੇ ਵਿੱਚ ਲੱਗ ਕੇ ਸਾਡਾ ਭਲਾ ਹੋਣਾ ਹੈ, ਸਾਡਾ ਉଦ୍ਧਾਰ ਹੋਣਾ ਹੈ, ਸਾਡਾ ਜੀਵਨ ਸਫਲਾ ਹੋਣਾ ਹੈ, ਸਾਡੇ ਜੀਵਨ ਵਿੱਚੋਂ ਕਲੇਸ਼ ਮੁੱਕਣੇ ਹਨ, ਕਹਿੰਦੇ ਨੇ ਉਸ ਆਹਾਰ ਨਾਲ ਬੰਦੇ ਜੁੜਦੇ ਨਹੀਂ ਹਨ। ਤੇ ਗੁਰੂ ਸਾਹਿਬ ਜੀ ਨੇ ਪਹਿਲਾ ਆਹਾਰ ਹੀ ਇਸ ਸਿੱਖ ਨੂੰ ਦ੍ਰਿੜ ਕਰਾਇਆ ਕਿ ਤੂੰ ਪਰਮਾਤਮਾ ਦੇ ਨਾਮ ਜਪਣ ਦੇ ਆਹਾਰ ਵਿੱਚ ਰੁੱਝਣਾ ਹੈ। ਰੁੱਝਣ ਦਾ ਅਰਥ ਹੈ ਉਹਦੇ ਵਿੱਚ ਮਸਤ ਹੋ ਜਾਣਾ, ਲੱਗ ਜਾਣਾ। ਜਿਵੇਂ ਆਪਾਂ ਕਹਿੰਦੇ ਜੀ ਮੈਂ ਤਾਂ ਕੰਮ ਦੇ ਵਿੱਚ ਬਿਜੀ ਹਾਂ, ਹੈ ਜੀ, ਮੈਂ ਆਪਣੇ ਘਰ ਦੇ ਕੰਮ ਕਰ ਰਿਹਾ ਜੀ, ਮੈਂ ਤਾਂ ਹੁਣ ਤੁਹਾਡੇ ਕੋਲ ਨਹੀਂ ਆ ਸਕਦਾ, ਮੈਂ ਆਪਣੇ ਕੰਮ 'ਚ ਲੱਗਿਆ ਹੋਇਆ। ਸੋ ਸਿੱਖ ਨੇ, ਜੀਵ ਆਤਮਾ ਨੇ, ਜੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਜਿਹੜਾ ਆਹਾਰ ਗੁਰੂ ਨੇ ਨਾਮ ਜਪਣ ਦਾ ਦ੍ਰਿੜ ਕਰਾਇਆ ਹੈ, ਨਿਸ਼ਚਾ ਕਰਾਇਆ ਹੈ ਔਰ ਤਾਕੀਦ ਕੀਤੀ ਹੈ ਕਿ ਇਹੀ ਸਮਝ ਹਰ ਪਹਿਲੜੀ ਲਾਮ ਆਓ ਕਿ ਪ੍ਰਭੂ ਪਤੀ ਦੇ ਨਾਲ ਤੇਰੇ ਵਿਆਹ ਦੀ ਪਹਿਲੀ ਇਹ ਸੋਹਣੀ ਲਾਭ ਹੈ, ਆਓ ਕਿ ਤੂੰ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਮ ਜਪਣ ਦੇ ਆਹਾਰ ਵਿੱਚ ਰੁੱਝ ਜਾਣਾ, ਜੁੜ ਜਾਣਾ। ਇਸ ਨੂੰ ਦ੍ਰਿੜ ਕਰ ਲੈਣਾ ਵੀ ਨਾਮ ਹੀ ਮੇਰੇ ਜੀਵਨ ਦਾ ਆਧਾਰ ਹੈ। ਇੱਥੇ ਜਦੋਂ ਆਪਾਂ ਗ੍ਰਸਤੀ ਜੀਵਨ ਵਿੱਚ ਗੱਲ ਕਰਾਂਗੇ, ਉੱਥੇ ਦੋਵੇਂ ਜੋੜਿਆਂ ਨੂੰ ਇਹ ਗੱਲ ਸਮਝਾਈ ਜਾ ਰਹੀ ਹੈ ਕਿ ਇਹ ਮਨੁੱਖਾ ਜੀਵਨ ਮਿਲਿਆ ਹੈ। ਭਾਵੇਂ ਅਸੀਂ ਦੋ ਜੀਵ ਹਾਂ, ਪਰ ਸਾਡਾ ਆਪਣਾ ਦੋਵਾਂ ਦਾ ਮਕਸਦ ਇੱਕੋ ਹੀ ਹੈ, ਉਹ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ ਆਇਆ, ਮਾਲਕ ਦੇ ਨਾਲ ਮਿਲਣ ਵਾਸਤੇ ਆਇਆ। ਇਹ ਗੱਲ ਸਤਿਗੁਰ ਪੱਕੀ ਕਰਾ ਰਹੇ ਨੇ ਕਿ ਪਹੀ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਮਾਤਮਾ ਨੂੰ ਮਿਲਣ ਦੀ ਇਹ ਵਾਰੀ ਹੈ, ਇਸ ਕਰਕੇ ਦੋਵਾਂ ਨੇ ਆਪਣੀ ਵਾਰੀ ਨੂੰ ਸਫਲਾ ਕਰਨਾ। ਅਗਲੀ ਗੱਲ ਗੁਰੂ ਸਾਹਿਬ ਜੀ ਨੇ ਸਮਝਾਈ, ਕਹਿਣ ਲੱਗੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲ ਰਾਮ ਜੀਓ। ਸਤਿਗੁਰੂ ਜੀ ਇੱਥੇ ਸਮਝਾਉਣ ਲੱਗੇ ਕਿ ਗੁਰੂ ਦਾ ਜਿਹੜਾ ਸਿੱਖ ਹੈ, ਗੁਰੂ ਦੀ ਬਾਣੀ ਹੀ ਸਿੱਖ ਵਾਸਤੇ ਬ੍ਰਹਮਾ ਦਾ ਵੇਦ ਹੈ। ਇਹਨੂੰ ਥੋੜ੍ਹਾ ਰੁਕ ਕੇ ਪਾਠ ਕਰਾਂਗੇ। ਬਾਣੀ ਬ੍ਰਹਮਾ ਵੇਦ ਇਕੱਠਾ ਪਾਠ ਕਰਾਂਗੇ, ਫਿਰ ਧਰਮ ਦ੍ਰਿੜੋ ਵੱਖਰਾ ਪਾਠ ਕਰਾਂਗੇ। ਇੱਕ ਗੱਲ ਜੀਵਨ 'ਚ ਪੱਕੀ ਕਰ ਲੈਣਾ, ਜਿੱਥੇ ਵੀ ਇਹ ਇਸ ਤਰ੍ਹਾਂ ਦੇ ਅੱਖਰ ਆਉਣਗੇ ਉੱਥੇ ਉਸ ਵੇਲੇ ਹੀ ਸੁਰਤ ਆਪਾਂ ਗੁਰੂ ਨਾਲ ਜੋੜਨੀ ਹੈ। ਭਾਵੇਂ ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ ਦੀ ਗੱਲ ਚਲੇਗੀ। ਉਸ ਦਾ ਅਰਥ ਵੀ ਇਹ ਕਰਾਂਗੇ, ਸਾਡੇ ਵਾਸਤੇ ਗੁਰੂ ਹੀ ਈਸਰ ਹੈ, ਸ਼ਿਵ ਜੀ ਹੈ, ਬ੍ਰਹਮਾ ਹੈ, ਵਿਸ਼ਨੂੰ ਹੈ, ਅਤੇ ਗੁਰੂ ਹੀ ਸਾਡੇ ਵਾਸਤੇ ਪਾਰਵਤੀ ਮਾਈ ਹੈ। ਪਾਓ ਗੁਰੂ ਤੋਂ ਬਿਨਾਂ ਸਾਡਾ ਕਿਸੇ ਹੋਰ ਦੇ ਨਾਲ ਤਾਲੁਕਾਤ ਸੰਬੰਧ ਨਹੀਂ ਹੈ। ਸਾਡੇ ਵਾਸਤੇ ਸਾਡਾ ਇਸ਼ਟ ਕੇਵਲ ਤਾਂ ਕੇਵਲ ਗੁਰੂ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਨੇ। ਇਸ ਗੱਲ ਨੂੰ ਆਪਣੇ ਜੀਵਨ 'ਚ ਦ੍ਰਿੜ ਕਰਨਾ। ਤੁਸੀਂ ਵੇਖੋ ਗੁਰੂ ਸਾਹਿਬ ਜੀ ਦੇ ਬੜੇ ਪਿਆਰੇ ਵਚਨ ਆਉਂਦੇ ਨੇ। ਜਦੋਂ ਰਾਮਕਲੀ ਸਦਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ, ਉਸ ਵੇਲੇ ਰਾਮਕਲੀ ਸਦਬਾਣੀ ਉਚਾਰਨ ਕਰਦਿਆਂ ਸਤਿਗੁਰੂ ਜੀ ਨੇ ਇੱਕ ਗੱਲ ਉੱਥੇ ਆਖੀ ਸੀ ਸਿੱਖਾਂ ਨੂੰ ਕਿ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਵੀ ਮੇਰੇ ਜਾਣ ਪਿੱਛੋਂ ਤੁਸੀਂ ਕੀਰਤਨ ਕਰਨਾ। ਨਾਲ ਇੱਕ ਹੋਰ ਵਚਨ ਕਹੇ ਸਨ, ਕਹਿੰਦੇ ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਇਹਦੇ ਜਿਹੜੇ ਮੀਨਿੰਗ ਨੇ ਬੜੇ ਭਾਵਪੂਰਤ ਨੇ। ਸਤਿਗੁਰ ਨੇ ਕਿਹਾ ਸੀ ਕਿ ਕੇਸੋ ਗੋਪਾਲ, ਕੇਸੋ ਦਾ ਅਰਥ ਹੈ ਸਾਹਮਣੇ ਕੇਸਾਂ ਵਾਲੇ ਪਰਮਾਤਮਾ ਦੇ, ਪੰਡਤ ਦਾ ਅਰਥ ਹੈ ਵਿਦਵਾਨ, ਗਿਆਨਵਾਨ, ਗਿਆਨੀ ਲੋਕਾਂ ਨੂੰ, ਰੱਬ ਦੇ ਪਿਆਰਿਆਂ ਨੂੰ, ਜਿਨ੍ਹਾਂ ਨੂੰ ਰੱਬ ਦਾ ਗਿਆਨ ਹੈ, ਉਹਨਾਂ ਨੂੰ ਆਪਣੇ ਘਰ ਵਿੱਚ ਸੱਦਿਓ। ਹੁਣ ਉਹਨਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਵਰਗੇ ਮੌਜੂਦ ਸਨ। ਉਹਨਾਂ ਦੇ ਵਿੱਚੋਂ ਹੋਰ ਕਈ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਗੁਰਸਿੱਖ ਮੌਜੂਦ ਸਨ, ਕਿਉਂਕਿ ਭਾਈ ਗੁਰਦਾਸ ਜੀ ਵੀ ਸਤਿਗੁਰੂ ਦੇ ਭਤੀਜੇ ਨੇ, ਭਾਈ ਸੁੰਦਰ ਜੀ ਜਿਹੜੇ ਨੇ ਉਹ ਵੀ ਆਪ ਜੀ ਦੇ ਭਤੀਜੇ ਨੇ, ਕਿਉਂਕਿ ਇਹ ਪਰਿਵਾਰ ਦੇ ਵਿੱਚੋਂ ਹੀ ਜਿਨ੍ਹਾਂ ਨੇ ਰਾਮਕਲੀ ਸਦ ਲਿਖਿਆ ਇਹ ਵੀ ਗੁਰੂ ਅਮਰਦਾਸ ਜੀ ਦੇ ਪਰਿਵਾਰ 'ਚੋਂ ਨੇ। ਭਾਈ ਗੁਰਦਾਸ ਜੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨੇ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਨੇ ਰਿਸ਼ਤੇ ਦੇ ਅੰਦਰ। ਸੋ ਉਸ ਵੇਲੇ ਇਹ ਗੱਲ ਉੱਥੇ ਆਖੀ ਅਮਰਦਾਸ ਮਹਾਰਾਜ ਜੀ ਨੇ ਕਿ ਮੇਰੇ ਜਾਣ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ, ਕਿਸੇ ਨੇ ਕੀਰਨੇ ਨਹੀਂ ਪਾਣੇ, ਸਗੋਂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਅਤੇ ਗੁਰਮੁਖ ਵਿਦਵਾਨਾਂ ਨੂੰ ਸੱਦ ਕੇ
ਹਰ ਹਰ ਕਥਾ ਪੜ੍ਹੈ, ਉਹ ਹਰੀ ਪਰਮਾਤਮਾ ਦੀ ਕਥਾ ਪੜ੍ਹਨ। ਪੁਰਾਣ ਜੀ ਮੇਰੇ ਵਾਸਤੇ ਹੀ ਉਹ ਗਰੁੜ ਪੁਰਾਣ ਹੈ, ਕਿਉਂਕਿ ਉਸ ਵੇਲੇ ਗਰੁੜ ਪੁਰਾਣ ਦਾ ਪਾਠ ਲੋਕ ਕਰਾਉਂਦੇ ਸਨ, ਉਸ ਨੂੰ ਮਹਾਨਤਾ ਦਿੰਦੇ ਸਨ ਕਿ ਗਰੁੜ ਪੁਰਾਣ ਦਾ ਪਾਠ ਹੋਏਗਾ ਤਾਂ ਹੀ ਬੰਦਾ ਮੁਕਤ ਹੋਏਗਾ। ਗੁਰੂ ਸਾਹਿਬ ਨੇ ਕਹਿੰਦਾ ਹਰੀ ਦਾ ਨਾਮ ਜਪਣਾ ਹੀ ਗੁਰਸਿੱਖੋ ਮੇਰੇ ਵਾਸਤੇ ਗਰੁੜ ਪੁਰਾਣ ਹੈ। ਕਿਉਂਕਿ ਗਰੁੜ ਪੁਰਾਣ ਦੇ ਨਾਲ ਸਿੱਖ ਦਾ, ਗੁਰੂ ਦਾ ਕੋਈ ਸੰਬੰਧ ਨਹੀਂ। ਇੱਥੇ ਵੀ ਜਦੋਂ ਅਸੀਂ ਵਿਚਾਰ ਕਰਾਂਗੇ ਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਗੁਰੂ ਸਾਹਿਬ ਦੀ ਬਾਣੀ ਹੀ ਸਿੱਖ ਵਾਸਤੇ ਬ੍ਰਹਮਾ ਜੀ ਦੇ ਵੇਦ ਨੇ। ਜਦੋਂ ਹਿੰਦੂ ਜੋੜੇ ਦਾ ਵਿਆਹ ਹੁੰਦਾ ਹੈ ਨਾ, ਤੇ ਸਭ ਤੋਂ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਬ੍ਰਹਮਾ ਨਮः ਸਵਾਹਾ, ਇੱਥੋਂ ਸ਼ੁਰੂਆਤ ਕਰਦੇ ਹੋ। ਫਿਰ ਉਹ ਸਾਰੇ ਦੇਵਤਿਆਂ ਦਾ ਨਾਮ, ਵੱਡੇ ਵੱਡੇ ਦੇਵਤਿਆਂ ਦਾ ਨਾਮ ਬੋਲਦੇ ਨੇ, ਫਿਰ ਛੋਟੇ ਦੇਵਤਿਆਂ ਦਾ ਨਾਮ ਬੋਲਦੇ ਨੇ, ਫਿਰ ਅਗਨੀ ਦਾ, ਸੂਰਜ ਦਾ, ਸਾਰੇ ਦੇਵਤਿਆਂ ਦੇ ਨਾਮ ਉੱਥੇ ਬੋਲੇ ਜਾਂਦੇ ਨੇ। ਪਰ ਸਭ ਤੋਂ ਪਹਿਲਾਂ ਜਿਹੜਾ ਨਾਮ ਉਹਨਾਂ ਵਿੱਚ ਲਿਆ ਜਾਂਦਾ ਉਹ ਬ੍ਰਹਮਾ ਤੋਂ ਸ਼ੁਰੂ ਕਰਦੇ ਆ। ਗੁਰੂ ਸਾਹਿਬ ਕਹਿੰਦੇ ਸਾਡੇ ਵਾਸਤੇ ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ, ਉਹੀ ਬ੍ਰਹਮਾ ਦੇ ਵੇਦ ਨੇ। ਧਰਮ ਦ੍ਰਿੜੋ, ਆਖਣ ਲੱਗੇ ਸਤਿਗੁਰ ਜੀ ਕਿ ਇਹ ਜਿਹੜਾ ਧਰਮ ਹੈ ਨਾਮ ਸਿਮਰਨ ਵਾਲਾ, ਇਹ ਆਪਣੇ ਹਿਰਦੇ ਵਿੱਚ ਪੱਕਾ ਕਰੋ। ਆਓ ਕਿ ਪਰਮਾਤਮਾ ਦੀ ਬੰਦਗੀ ਕਰਨਾ, ਕਿਉਂਕਿ ਇਸ ਗੁਰੂ ਸਾਹਿਬ ਦੀ ਬਾਣੀ ਦੇ ਰਾਹੀਂ ਇਹ ਨਾਮ ਸਿਮਰਨ ਵਾਲਾ ਜਿਹੜਾ ਧਰਮ ਹੈ ਅਸੀਂ ਆਪਣੇ ਹਿਰਦੇ ਵਿੱਚ ਪੱਕਾ ਕਰਨਾ, ਇਸ ਨੂੰ ਦ੍ਰਿੜ ਕਰਨਾ। ਦ੍ਰਿੜ ਦਾ ਅਰਥ ਹੈ ਹਿਰਦੇ ਵਿੱਚ ਪੱਕਾ ਕਰਨਾ, ਹਿਰਦੇ ਵਿੱਚ ਪਕਾਣਾ ਹੈ। ਇਸ ਕਰਕੇ ਨਾਮ ਦਾ ਅਭਿਆਸ ਕਰਨਾ ਹੈ, ਇਸ ਕਰਕੇ ਅਸੀਂ ਬਾਣੀ ਪੜ੍ਹਨੀ ਹੈ ਕਿ ਸਾਡੇ ਅੰਦਰ ਗੁਰੂ का ਸਬਕ, ਗੁਰੂ का ਉਪਦੇਸ਼, ਗੁਰੂ का ਗਿਆਨ ਪੱਕਾ ਹੋ ਜਾਏ। ਗੁਰੂ ਦੀਆਂ ਸਿੱਖਿਆਵਾਂ ਸਾਡੇ ਹਿਰਦੇ 'ਚ ਪੂਰਨ ਤੌਰ ਤੋਂ ਟਿਕ ਜਾਣ, ਅਸੀਂ ਜ਼ਿੰਦਗੀ 'ਚ ਕਦੀ ਫਿਰ ਡੋਲੀਏ ਨਾ। ਕਿਉਂਕਿ ਸਾਡੇ ਅੰਦਰ ਸਿੱਖਿਆ ਨਹੀਂ ਪੱਕਦੀ ਤੇ ਅਸੀਂ ਵਿਆਹ ਤੋਂ ਬਾਅਦ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਥਾਂ ਥਾਂ 'ਤੇ ਜਾ ਕੇ ਪੀਰਾਂ ਨੂੰ ਚਾਦਰਾਂ ਚੜ੍ਹਾਉਂਦੇ ਹਾਂ, ਥਾਂ ਥਾਂ 'ਤੇ ਜਾ ਕੇ ਮੱਥੇ ਟੇਕਦੇ ਹਾਂ। ਕਦੀ ਪਿੱਪਲ 'ਤੇ ਜਾਂਦੇ ਨੇ, ਕੋਈ ਖੂਹ 'ਤੇ ਜਾਂਦਾ, ਕੋਈ ਕਿਸੇ ਹੋਰ ਪਾਸੇ ਜਾਂਦਾ। ਕਿਉਂਕਿ ਸਾਨੂੰ ਇਹ ਨਾਮ ਦ੍ਰਿੜ ਨਹੀਂ ਹੋਇਆ, ਹਿਰਦੇ ਵਿੱਚ ਨਾਮ ਪੱਕਾ ਨਹੀਂ ਹੋਇਆ। ਸਾਧੂ ਕਹਿੰਦੇ ਨੇ ਕਿ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਸਿਮਰਨ ਦਾ ਜਿਹੜਾ ਧਰਮ ਹੈ ਆਪਣੇ ਹਿਰਦੇ ਵਿੱਚ ਪੱਕਾ ਕਰੋ। ਕੀ ਹੋਏਗਾ? ਪਾਪ ਤਜਾਇਆ ਬਲਰਾਮ ਜੀਓ। ਬਲਰਾਮ ਦੇ ਅਰਥ ਕਰਾਂਗੇ ਕੁਰਬਾਨ ਜਾਣਾ, ਰਾਮ ਦੇ ਅਰਥ ਕਰਾਂਗੇ ਹੇ ਰਾਮ ਜੀ, ਹੇ ਰਮੇ ਹੋਏ ਪਰਮਾਤਮਾ ਜੀ, ਵਾਹਿਗੁਰੂ ਜੀ, ਪ੍ਰਭੂ ਜੀ। ਤੇ ਕਹਿੰਦੇ ਨੇ ਇਸ ਤਰ੍ਹਾਂ ਜਦੋਂ ਤੁਸੀਂ ਧਰਮ ਪੱਕਾ ਕਰ ਲਓਗੇ ਨਾਮ ਸਿਮਰਨ ਵਾਲਾ, ਤਾਂ ਤੁਹਾਡੇ ਜੀਵਨ ਵਿੱਚੋਂ ਜਿਹੜੇ ਪਾਪ ਨੇ ਉਹ ਸਾਰੇ ਪਾਪ ਜਿਹੜੇ ਨੇ ਉਹ ਦੂਰ ਹੋ ਜਾਣਗੇ। ਜੀਵਨ ਵਿੱਚ ਕੋਈ ਪਾਪ ਨਹੀਂ ਰਹੇਗਾ। ਫਿਰ ਕਹਿਣ ਲੱਗੇ ਧਰਮ ਦ੍ਰਿੜੋ, ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਆਖਣ ਲੱਗੇ, ਕਹਿੰਦੇ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਹਰ ਨਾਮ ਧਿਆਵੋ, ਧਰਮ ਦ੍ਰਿੜੋ, ਇਸ ਧਰਮ ਨੂੰ ਪੱਕਾ ਕਰੋ। ਹਰੀ ਪਰਮਾਤਮਾ ਦਾ ਨਾਮ ਧਿਆਉਣ ਵਾਲਾ ਜਿਹੜਾ ਧਰਮ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਜਿਹੜਾ ਧਰਮ ਹੈ, ਸਾਧੂ ਕਹਿੰਦੇ ਇਸ ਨੂੰ ਦ੍ਰਿੜ ਕਰੋ, ਇਸ ਨੂੰ ਹਿਰਦੇ ਦੇ ਵਿੱਚ ਪੱਕਾ ਕਰੋ। ਕੀ ਹੋਏਗਾ ਕਿ ਜਿਵੇਂ ਤੁਸੀਂ ਇਸ ਨਾਮ ਨੂੰ ਪੱਕਾ